ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਹੁਣ ਸਾਡੇ ਵਿਊਅਰਸ ਨੂੰ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਬਾਰੇ ਦੱਸੋ। ਦੇਖੋ 1849 ਚ ਅੱਜ ਦੇ ਦਿਨ ਗੁਜਰਾਤ ਸ਼ਹਿਰ ਜਿਹੜਾ ਪੱਛਮੀ ਪੰਜਾਬ 'ਚ ਹੈ ਪਾਕਿਸਤਾਨ 'ਚ, ਉਹਦੇ 'ਚ ਅੰਗਰੇਜ਼ਾਂ ਔਰ ਸਿੰਘਾਂ ਦੀ ਫਾਈਨਲ ਜੰਗ ਹੋਈ ਜਿਹਦੇ 'ਚ ਸਿੱਖ ਹਾਰੇ। ਉਸ ਤੋਂ ਅਜੇ ਕੁਛ ਦਿਨ ਪਹਿਲਾਂ ਚੇਲਿਆਂਵਾਲਾ ਦੀ ਲੜਾਈ 'ਚ ਅੰਗਰੇਜ਼ਾਂ ਦਾ ਬਹੁਤ ਨੁਕਸਾਨ ਹੋਇਆ ਸੀ ਜੀ। ਔਰ ਉਹਦੇ ਬਾਰੇ ਲਾਰਡ ਗੱਫ ਨੇ ਉਦੋਂ ਕਿਹਾ ਸੀ ਕਿ ਵੀ ਇੱਕ ਹੋਰ ਚੇਲਿਆਂਵਾਲਾ ਹੋਈ ਤੇ ਸਾਡਾ ਰਾਜ ਸਾਰੇ ਹਿੰਦੁਸਤਾਨ 'ਚੋਂ ਖਤਮ ਹੋ ਜਾਏਗਾ, ਜਿਹਦੇ ਬਾਰੇ ਸ਼ਾਹ ਮੁਹੰਮਦ ਨੇ ਕਿਹਾ ਹੈ ਵੀ ਲੰਡਨ ਟਾਪੂਆਂ ਅੰਦਰ ਕੁਰਲਾਟ ਹੋਇਆ, ਕੁਰਸੀ 4000 ਹੈ ਸੱਖਣੀ ਜੀ, 4000 ਉਹਨਾਂ ਦੀਆਂ ਕੈਜੂਅਲਟੀਜ਼ ਸੀ। ਲੇਕਿਨ ਗੁਜਰਾਤ ਦੀ ਲੜਾਈ 'ਚ ਸਿੱਖਾਂ ਕੋਲ ਅਸਲਾ ਨਹੀਂ ਸੀ, ਤਲਵਾਰਾਂ ਹੀ ਰਹਿ ਗਈਆਂ ਸੀ ਤੇ ਉਹਨਾਂ ਦੇ ਕੋਲ ਤੋਪਾਂ ਔਰ ਬੜੇ ਬੜੇ ਅਸਲੇ ਦੇ ਨਾਲ ਅਖੀਰ ਇਸ ਜੰਗ ਦੇ ਵਿੱਚ ਅੰਗਰੇਜ਼ ਜੇਤੂ ਰਹੇ। ਪੰਜਾਬ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਪੇਟੇ ਪਾ ਲਿਆ ਔਰ ਉਸ ਜਦੋਂ ਸਿੱਖਾਂ ਤੋਂ ਹਥਿਆਰ ਜਿਨ੍ਹਾਂ ਨੇ ਰੱਖੇ ਉਹਨਾਂ ਬਾਰੇ ਆਉਂਦਾ ਕਿ ਇੱਕ ਬੁੱਢਾ ਫੌਜੀ ਜਿਹੜਾ ਜਿਸ ਨੇ ਜਦੋਂ ਤਲਵਾਰ ਉੱਥੇ ਆ ਕੇ ਅੱਗੇ ਰੱਖੀ ਤਾਂ ਉੱਚੀ ਉੱਚੀ ਰੋਇਆ ਤੇ ਉਹਨੇ ਕਿਹਾ ਵੀ ਅੱਜ ਰਣਜੀਤ ਸਿੰਘ ਮੋਇਆ ਜੀ। ਔਰ ਇਸ ਨੇ ਸਾਡੇ ਸਿੱਖ ਰਾਜ ਦਾ ਅੰਤ ਕੀਤਾ। 1900 ਜਿਹੜਾ ਅਸੀਂ ਦੱਸ ਹੀ ਚੁੱਕੇ ਹਾਂ ਕਿ ਵੀ ਸਾਕਾ ਨਨਕਾਣਾ ਸਾਹਿਬ ਤੇ ਜੈਤੋ ਦਾ ਮੋਰਚਾ ਉਹ ਵੀ ਅੱਜ ਦੇ ਦਿਨ ਨਾਲ ਸੰਬੰਧਿਤ ਨੇ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1431 ਚ ਬ੍ਰਿਟਨ ਨੇ ਜੋਨ ਆਫ ਆਰਕ ਦੇ ਉੱਤੇ ਮੁਕੱਦਮਾ ਸ਼ੁਰੂ ਕੀਤਾ। ਇਹ ਫ੍ਰੈਂਚ ਕਿਸਾਨਾਂ ਦੀ ਕੁੜੀ ਜਿਹਨੇ ਲੋਕਾਂ ਨੂੰ ਲਾਮਬੱਧ ਕੀਤਾ, ਬ੍ਰਿਟਿਸ਼ ਨੂੰ ਹਰਾਇਆ ਵੀ, ਅਖੀਰ ਉਸ ਨੂੰ ਫੜ ਲਿਆ ਇਹਨਾਂ ਨੇ। ਉਸ ਤੇ ਇਲਜ਼ਾਮ ਲਾਇਆ ਕਿ ਜੀ ਇਹ ਤਾਂ ਵਿਚ ਕਰਾਫਟ ਕਰਦੀ ਹੈ, ਵਿਚ ਕਰਾਫਟ ਕੇ ਭੂਤ ਪਾਤ ਕੱਢਣੇ ਜਾਂ ਦੂਜੇ ਜਿਨ੍ਹਾਂ ਨੂੰ ਪੋਪ ਨੇ ਇਹ ਫਤਵਾ ਦਿੱਤਾ ਸੀ ਵੀ ਇਹਨਾਂ ਨੂੰ ਸਾੜ ਦਿਓ ਜਿਹੜੇ ਵਿਚ ਕਰਾਫਟ ਕਰਦੇ ਨੇ। ਇਹ ਉਵੇਂ ਹੀ ਹੈ ਜਦੋਂ ਤੁਸੀਂ ਕਿਸੇ ਨੂੰ ਬਦਨਾਮ ਕਰਨਾ ਹੈ, ਜਿਵੇਂ ਪਿੰਡਾਂ ਵਾਲਿਆਂ ਨੂੰ ਅੱਤਵਾਦੀ ਬਣਾਓ, ਫਿਰ ਉਹਨਾਂ ਨੂੰ ਕਹੋ ਜੀ ਉਹ ਅੰਦਰ ਹਥਿਆਰ ਲੈ ਕੇ ਬਹਿ ਗਏ, ਹੁਣ ਉਹਨਾਂ ਨੂੰ ਕੱਢਣ ਲਈ ਜ਼ਰੂਰੀ ਹੈ ਫੌਜ ਭੇਜਣਾ। ਸੋ ਜੋਨ ਆਫ ਆਰਕ ਜਿਹੜੀ ਅੱਜ ਹੀਰੋਇਨ ਹੈ ਫ੍ਰੈਂਚ ਲੋਕਾਂ ਦੀ, ਉਹਨੂੰ ਐਜ਼ ਏ ਵਿਚ ਜਿਹੜਾ ਉਹਨਾਂ ਨੇ ਇੱਕ ਭੂਤਨੀ ਬਣਾ ਕੇ ਮੁਕੱਦਮਾ ਚਲਾ ਕੇ ਤੇ ਜਿਉਂਦੇ ਬਰਨ ਐਟ ਦਾ ਸਟੇਕ ਸਾੜ ਦਿਓ, ਇਹ ਫੈਸਲਾ ਸੁਣਾਇਆ ਸੀ। 1842 ਦੇ ਵਿੱਚ ਪਹਿਲੀ ਸਿਊਇੰਗ ਮਸ਼ੀਨ ਸੀਨ ਵਾਲੀ ਕੱਪੜੇ ਪੇਟੈਂਟ ਹੋਈ ਅਮਰੀਕਾ ਦੇ ਵਿੱਚ। 1878 ਚ ਹੁਣ ਤੁਹਾਡੇ ਘਰਾਂ ਦੇ ਬਾਹਰ ਟੈਲੀਫੋਨ ਡਾਇਰੈਕਟਰੀਆਂ ਦੇ ਢੇਰ ਲੱਗੇ ਹੁੰਦੇ ਨੇ, ਕਦੇ ਕੋਈ ਰੱਖ ਜਾਂਦਾ ਕਦੇ ਕੋਈ। ਪਹਿਲੀ ਟੈਲੀਫੋਨ ਡਾਇਰੈਕਟਰੀ ਦੁਨੀਆ ਦੇ ਵਿੱਚ ਕਨੈਟੀਕਟ ਦੇ ਵਿੱਚ 1878 ਦੇ ਵਿੱਚ ਛਪੀ ਔਰ ਉਹਦੇ 'ਚ ਸਿਰਫ 50 ਲੋਕਾਂ ਦੇ ਨਾਂ ਸੀ, ਕਿਉਂਕਿ ਹੈ ਹੀ ਫੋਨ 50 ਲੋਕਾਂ ਦੇ ਕੋਲ ਸੀ ਉਦੋਂ, ਉਹਨਾਂ ਦੇ ਨਾਂ ਨੰਬਰ ਸੀਗੇ। 1922 ਦੇ ਵਿੱਚ ਬ੍ਰਿਟਨ ਨੇ ਇਜਿਪਟ ਨੂੰ, ਜਿਹਦਾ ਪੁਰਾਣਾ ਨਾਮ ਮਿਸਰ ਹੈ, ਆਜ਼ਾਦ ਕੀਤਾ ਔਰ 1952 ਚ ਅੱਜ ਦੇ ਦਿਨ ਢਾਕੇ 'ਚ ਫਾਇਰਿੰਗ ਹੋਈ, ਸਟੂਡੈਂਟ ਮਰੇ। ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਐਸਟੈਬਲਿਸ਼ ਹੋਇਆ ਔਰ ਜਿੱਥੇ ਉਹ ਸਟੂਡੈਂਟ ਮਰੇ ਉੱਥੇ ਅੱਜ ਸ਼ਹੀਦੀ ਮੀਨਾਰ ਜਿਹੜਾ ਹੈ ਉਹ ਐਸਟੈਬਲਿਸ਼ਡ ਹੈ ਔਰ ਇਹ ਦਿਨ ਅੱਜ ਦੁਨੀਆ ਭਰ ਦੇ ਵਿੱਚ ਇਸ ਦਿਨ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ, ਇੰਟਰਨੈਸ਼ਨਲ ਮਦਰ ਲੈਂਗੁਏਜ ਡੇ। ਜੀ ਡਾਕਟਰ ਸਾਹਿਬ, ਹੁਣ ਮੈਂ ਤੁਹਾਡੇ ਕੋਲੋਂ ਕੁਝ ਸਵਾਲ ਪੁੱਛਣਾ ਚਾਹੂੰਗਾ। ਹਾਂਜੀ। ਭਾਰਤ ਦੀ 15ਵੀਂ ਲੋਕ ਸਭਾ ਦੀ ਕਾਰਗੁਜ਼ਾਰੀ ਕਿਵੇਂ ਰਹੀ? ਕਾਰਗੁਜ਼ਾਰੀ ਦੇਖ ਲਓ, ਅਖੀਰਲੇ ਦਿਨਾਂ 'ਚ ਅੰਦਰ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਪੈਪਰ ਸਪਰੇ ਕਰ ਰਹੇ ਨੇ, 2 ਪੁੱਠੇ ਹੋ ਕੇ ਡਿੱਗ ਪਏ ਮੈਂਬਰ ਪਾਰਲੀਮੈਂਟ, ਇੱਕ ਜਿਹੜਾ ਹੈ ਉਹਨੂੰ ਸਾਹ ਦੀ ਤਕਲੀਫ ਹੋ ਗਈ, ਫਿਰ ਈਵਨ ਰੂਲਿੰਗ ਪਾਰਟੀ ਦਾ ਮਿਨਿਸਟਰ ਜਿਹੜਾ ਹੈ ਉਹੀ ਜਾ ਕੇ ਕਾਗਜ਼ ਪਾੜ ਰਿਹਾ ਹੈ। ਸੋ ਇਹ ਤੋਂ ਅੰਦਾਜ਼ਾ ਲਾ ਲਓ ਕਿ ਵੀ ਜਿਹਨੂੰ ਕਦੇ ਕਹਿੰਦੇ ਨੇ ਜੀ ਇਹ ਟੈਂਪਲ ਆਫ ਡੈਮੋਕ੍ਰੇਸੀ ਹੈ, ਪਾਰਲੀਮੈਂਟ ਡੈਮੋਕ੍ਰੇਸੀ ਦਾ ਮੰਦਰ ਹੈ। ਹੁਣ ਮੰਦਰ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟੇਰੀਅਨ ਦੂਜੇ ਨੂੰ ਸਪਰੇਅ ਦੇ ਨਾਲ ਬੇਹੋਸ਼ ਕਰ ਦੇ ਤੇ ਕੀ ਕਾਰਗੁਜ਼ਾਰੀ ਹੋਣੀ ਹੈ। ਬਾਕੀ ਜਿਸ ਕਿਸਮ ਦਾ ਉੱਥੇ ਮਾਹੌਲ ਰਿਹਾ, ਇੱਕ ਤੋਂ ਬਾਅਦ ਇੱਕ ਸਕੈਂਡਲ, ਮਨਮੋਹਨ ਸਿੰਘ ਸਰਕਾਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਬਦਨਾਮ ਹੋਈ, ਉਹਨੂੰ ਹੈਂਡਲ ਨਹੀਂ ਕਰ ਸਕੇ ਉਹਨਾਂ ਸਾਰੇ ਹਿੱਸਿਆਂ ਨੂੰ। ਕਾਰਨ ਇਹ ਹੈ ਵੀ ਕਰਪਟ ਸਨ ਉੱਪਰੋਂ ਥੱਲੇ ਤੱਕ, ਝੂਠ ਬੋਲਣ ਦਾ ਵੀ, ਕਿਉਂਕਿ ਪਾਰਲੀਮੈਂਟ 'ਚ ਕਈ ਗੱਲ ਦਾ ਜਿਹੜਾ ਉਹ ਮੁਕੱਦਮਾ ਨਹੀਂ ਚੱਲਦਾ ਹੈ ਜੀ, ਕਿਉਂਕਿ ਉਹ ਫ੍ਰੀ ਹੁੰਦਾ। ਸੋ ਅੰਦਰ ਦੱਬ ਕੇ ਝੂਠ ਬੋਲਦੇ ਨੇ, ਗਾਲੀ ਗਲੋਚ ਕਰਦੇ ਨੇ। ਜਿੱਥੋਂ ਤੱਕ ਸਿੱਖਾਂ ਦੇ ਮੁੱਦੇ ਨੇ ਉਹੀ ਹਾਲ ਹੈ, ਇਹਨਾਂ ਨੇ ਵੀ ਚੀਕ ਚਿਹਾੜਾ, ਹਰਸਿਮਰਤ ਕੌਰ ਬਾਦਲ ਜਿਹੜੀ ਹੈ ਉਹ ਅੱਡ ਇਸ਼ੂਜ਼ ਤੇ। ਇਹ ਅਕਾਲੀਆਂ ਨੂੰ ਜ਼ਰੂਰ ਕ੍ਰੈਡਿਟ ਜਾਂਦਾ ਵੀ ਅੱਗੇ ਇੱਕ ਜ਼ਮਾਨਾ ਸੀ ਕਿ ਇਹ ਕਿਹਾ ਜਾਂਦਾ ਸੀ ਕਿ ਇਹ ਘੋਗੇ ਜਿਹੇ ਬਣ ਕੇ ਉੱਥੇ ਬਹਿ ਜਾਂਦੇ ਨੇ ਮਿੱਟੀ ਦੇ ਮਾਧੋ, ਇਹ ਬੋਲਦਾ ਹੀ ਕੁਛ ਨਹੀਂ। ਹੁਣ ਬੋਲਦੇ ਨਹੀਂ, ਹੁਣ ਚੀਕਦੇ ਨੇ, ਕਿਉਂਕਿ ਉਹ ਦੱਸਣਾ ਹੁੰਦਾ ਬਾਹਰਲੇ ਕੋਲ, ਕਿਉਂਕਿ ਕਾਰਵਾਈ ਲਾਈਵ ਵੀ ਚੱਲ ਰਹੀ ਹੁੰਦੀ ਹੈ, ਰਿਕਾਰਡ ਹੁੰਦਾ ਹੈ, YouTube ਤੇ ਪੈ ਜਾਂਦਾ ਹੈ। ਸੋ ਚੀਕ ਕੇ ਹੁਣ, ਔਰ ਖ਼ਾਸ ਤੌਰ ਤੇ ਜਦੋਂ ਪਿੱਛੇ ਇਹਦੀ ਡਿਬੇਟ ਹਰਸਿਮਰਤ ਕੌਰ ਬਾਦਲ ਦੀ ਇੱਕ ਇਸ਼ੂ ਦੇ ਉੱਤੇ ਆਈ ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਸੀ, ਸੋ ਇਹ ਚੀਕਾਂ ਮਾਰ ਰਹੇ ਸੀ ਔਰ ਝੂਠ ਉਹਨੂੰ ਜਸਟੀਫਾਈ ਕਰ ਰਹੇ ਸੀ ਬਾਦਲ ਨੂੰ
ਪੰਜਾਬ ਸਰਕਾਰ ਨੂੰ, ਪਰ ਦੂਜੇ ਪਾਸੇ ਉਹਨੇ ਬੜੇ ਠਰਮੇ ਦੇ ਨਾਲ ਇਹਨੂੰ ਜਿਹੜਾ ਹੈ ਉਹ ਕੀਤਾ। ਸੋ ਲੇਕਿਨ ਇੱਕ ਗੱਲ ਹੈ ਵੀ ਚਲੋ ਭਾਵੇਂ ਚੀਖਾਂ ਵਾਂਗ ਹੀ ਬੋਲਦੇ ਨੇ, ਬੋਲਣਾ ਇਹਨਾਂ ਨੇ ਜ਼ਰੂਰ ਸ਼ੁਰੂ ਕਰਤਾ, ਹੁਣ ਇਹ ਨਹੀਂ ਹੈ ਵੀ ਬੋਲਦੇ ਨਹੀਂ ਹੈ। ਬਾਕੀ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਟ੍ਰਿਬਿਊਟ ਬਹੁਤ ਵਾਰੀ ਇਹੀ ਹੁੰਦੀ ਹੈ ਜਿਹੜੀ ਕਿ ਕਿਸੇ ਦੀ ਕਾਰਗੁਜ਼ਾਰੀ 'ਚੋਂ ਸਾਹਮਣੇ ਆਏ। ਸੋ ਕਈ ਦਿਨ ਮੇਰਾ ਖਿਆਲ ਹੈ ਇਹ 15ਵੀਂ ਲੋਕ ਸਭਾ ਸੀ ਆਜ਼ਾਦ ਭਾਰਤ ਦੀ, ਸ਼ਾਇਦ ਪਹਿਲੀ ਲੋਕ ਸਭਾ ਹੋਏਗੀ ਜਿਹਦੇ 'ਚ ਸਭ ਤੋਂ ਘੱਟ ਕੰਮ ਕੀਤਾ ਇਹਨਾਂ ਨੇ, ਸਭ ਤੋਂ ਵੱਧ ਵਾਰ ਇੰਟਰਪਸ਼ਨ ਹੋਈਆਂ। ਆ ਤੇਲੰਗਾਨਾ ਬਿੱਲ ਜਿਹੜਾ ਇਹੀ ਲੋਕ ਸਭਾ 'ਚ ਅਖੀਰਲਾ ਸੀ, ਕਿਵੇਂ ਰੁਕਿਆ ਰਿਹਾ, ਕਿਤੇ ਜੇ ਲੋਕ ਸਭਾ 'ਚ ਨਹੀਂ ਸੀ ਹੁੰਦਾ ਕੋਈ ਹੰਗਾਮਾ ਤੇ ਰਾਜ ਸਭਾ 'ਚ ਹੁੰਦਾ ਜੀ, ਬਾਰ-ਬਾਰ ਸਦਨ ਦੀ ਮੀਟਿੰਗ ਜਿਹੜੀ ਹੈ ਉਹ ਬਰਖਾਸਤ ਕੀਤੀ ਜਾਂਦੀ ਸੀ। ਹਾਂਜੀ, ਉਸ ਤੋਂ ਪਹਿਲਾਂ ਹਰ ਇਸ਼ੂ ਹੀ ਆਪੋਜੀਸ਼ਨ ਨੇ, ਭਾਵੇਂ ਉਹ ਬੀਜੇਪੀ ਸੀ ਜਾਂ ਖੇਤਰੀ ਪਾਰਟੀਆਂ ਸੀ, ਇਹਨੂੰ ਜਿਹੜਾ ਇੱਕ ਫੁੱਟਬਾਲ ਦਾ ਗਰਾਊਂਡ ਹੀ ਬਣਾਇਆ ਹੋਇਆ ਸੀ, ਫੁੱਟਬਾਲ ਦਾ ਮੈਦਾਨ ਸੀ। ਔਰ ਉਹਦੇ 'ਚ ਮੈਂ ਸਮਝਦਾ ਵੀ ਇੱਕ ਗੱਲ ਜ਼ਰੂਰ, ਜਦੋਂ ਅਸੀਂ ਪਿਛਲੇ ਇੱਕ 'ਚ ਕਿਹਾ ਸੀ ਕਿ ਇੰਡੀਅਨ ਪਾਰਲੀਮੈਂਟ ਇਜ਼ ਪੈਕਡ ਵਿਦ ਕ੍ਰਿਮੀਨਲਸ ਐਂਡ ਕ੍ਰੁਕਸ, ਵੀ ਜਾਂ ਉੱਥੇ ਅਪਰਾਧੀ ਨੇ ਤੇ ਜਾਂ ਇਹ ਕ੍ਰੁਕ ਨੇ, ਠੱਗ ਨੇ। ਸੋ ਜੇ ਕਾਰਗੁਜ਼ਾਰੀ ਦੇਖਣੀ ਹੈ ਤਾਂ 5 ਸਾਲ ਦੀਆਂ ਇਹਨਾਂ ਦੀਆਂ ਸਾਰੀਆਂ ਕਾਰਵਾਈਆਂ ਦੇਖ ਲਓ। ਮੋਸਟ ਆਫ ਦ ਐਕਟਸ ਵਰ ਬਾਈ ਕ੍ਰਿਮੀਨਲ, ਸੋ ਦੇ ਵਰ ਕ੍ਰਿਮੀਨਲ ਐਕਟਸ, ਤੇ ਜਾਂ ਕ੍ਰੁਕਸ ਦੇ ਐਕਟ ਸੀ। ਸਰਕਾਰ ਡਿਫੈਂਡ ਕਰ ਰਹੀ ਹੈ ਚੋਰਾਂ ਨੂੰ, ਕਿਉਂਕਿ ਜਦੋਂ ਸਕੈਂਡਲ ਨਿਕਲਦੇ ਨੇ ਸਰਕਾਰ ਬਿਆਨ ਦਿੰਦੀ ਹੈ, ਉਹ ਕਵਰ ਅਪ ਕਰ ਰਹੀ ਹੈ। ਦੂਜੇ ਜਿਹੜੇ ਨੇ ਉਹ ਉੱਥੇ ਪੂਰਾ ਹੁੜਦੰਗ ਬਚਾਇਆ ਹੋਇਆ। ਸੋ ਇਹ ਕਾਰਗੁਜ਼ਾਰੀ ਸੀ। ਹਾਂਜੀ ਡਾਕਟਰ ਸਾਹਿਬ, ਹੁਣ ਬਲਵੰਤ ਸਿੰਘ ਰਾਮੂਵਾਲੀਆ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦੀ ਪਹਿਲਾਂ ਲੋਕ ਭਲਾਈ ਪਾਰਟੀ ਸੀਗੀ ਤੇ ਫਿਰ ਪਿਛਲੇ ਸਮੇਂ ਉਹਨਾਂ ਨੇ ਅਕਾਲੀ ਦਲ ਜੁਆਇਨ ਕੀਤਾ। ਅੱਜ ਉਹਨਾਂ ਦੇ 2 ਭਰਾਵਾਂ ਨੇ ਇਹ ਬਿਆਨ ਦਿੱਤਾ ਕਿ ਆਪਰੇਸ਼ਨ ਬਲੂ ਸਟਾਰ ਵਾਸਤੇ ਪਿਛਲੇ ਸਮੇਂ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਜੀ ਬਾਦਲ ਸਾਹਿਬ ਨੂੰ ਤੇ ਇੰਦਰਾ ਗਾਂਧੀ ਨੂੰ, ਦੋਵਾਂ ਨੂੰ ਬਰਾਬਰ ਦਾ ਜ਼ਿੰਮੇਵਾਰ ਦੱਸਦੇ ਸੀ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਤਾਂ ਅੱਗੇ ਤੋਂ ਆਪਰੇਸ਼ਨ ਬਲੂ ਸਟਾਰ ਨਹੀਂ ਕਹਿਣਾ, ਇਹ ਸਰਕਾਰ ਦਾ ਦਿੱਤਾ ਨਾਂ ਹੈ। ਇਹ ਜਿਹਨੂੰ ਜਾਂ ਇਹਨੂੰ ਜੂਨ 84 ਦਾ ਘੱਲੂਘਾਰਾ ਕਹੋ ਜਾਂ ਫੌਜੀ ਹਮਲਾ ਕਹੋ, ਇਹ ਤੁਹਾਡੀ ਕਰੈਕਸ਼ਨ ਲਈ ਹੈ। ਠੀਕ ਹੈ ਜੀ। ਦੇਖੋ ਹੁਣ ਹਕੀਕਤ, ਜਿਵੇਂ ਅਸੀਂ ਅੱਗੇ ਵੀ ਕਿਹਾ ਸੀ ਕਿ ਸਾਰੇ ਇੱਕ ਦੂਜੇ ਦੇ ਪੋਤੜੇ ਫੋਲ ਰਹੇ ਨੇ ਤੇ ਹਕੀਕਤ ਬਾਹਰ ਆ ਰਹੀ ਹੈ। ਹਾਂਜੀ, ਇਹ ਬਲਵੰਤ ਸਿੰਘ ਰਾਮੂਵਾਲੀਆ ਜਿਹਨੂੰ ਪਿੱਛੇ ਜੇ ਠਿੱਠ ਵੀ ਕੀਤਾ ਬਾਦਲ ਨੇ ਪ੍ਰਵਾਸੀ ਸੰਮੇਲਨ ਦੇ ਵਿੱਚ, ਇਹ ਕਹਿ ਕੇ ਕਿ ਜੀ ਦੇਖੋ ਆ ਬੈਠੇ ਆ ਰਾਮੂਵਾਲੀਆ, ਇਹ ਸਾਡੇ ਤੋਂ ਵੀ ਸਿਆਣੇ ਨਿਕਲੇ, ਕਾਂਗਰਸ ਤੋਂ ਵੀ ਗੱਫੇ ਖਾਂਦੇ ਰਹੇ, ਹੁਣ ਸਾਥੋਂ ਵੀ ਖਾ ਰਹੇ ਨੇ। ਬੜਾ ਬੇਸ਼ਰਮ ਕਿਸਮ ਦਾ ਆਦਮੀ ਹੈ। 15-20 ਸਾਲ ਬਾਦਲ ਦੇ ਖਿਲਾਫ ਵੀ ਲੋਕ ਭਲਾਈ ਪਾਰਟੀ ਬਣਾਈ, ਫਿਰ ਉੱਥੇ ਹੀ ਜਾ ਕੇ ਬਹਿ ਗਿਆ ਜਿੱਥੇ ਹੱਕਦਾਰ ਹੈ। ਸੋ ਇਹ ਇਸ ਕਿਸਮ ਦੀ ਇਹਨਾਂ ਦੀ ਜਿਹੜੀ ਹੈ ਲਾਈਨ ਹੈ। ਉਹਦੇ 2 ਭਰਾ ਨੇ, ਉਹਨਾਂ 'ਚ ਇੱਕ ਇਕਬਾਲ ਸਿੰਘ ਰਾਮੂਵਾਲੀਆ, ਇੱਕ ਡਾਕਟਰ ਰਛਪਾਲ ਸਿੰਘ ਰਾਮੂਵਾਲੀਆ, ਪੜ੍ਹੇ ਲਿਖੇ ਨੇ। ਉਹਨਾਂ ਨੇ ਇੱਕ ਸਟੇਟਮੈਂਟ ਪ੍ਰੈਸ ਦੇ ਨਾਂ ਦਿੱਤੀ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਸਾਡਾ ਭਰਾ ਜਿਹੜਾ ਕਿ ਲੌਂਗੋਵਾਲ ਦੇ ਬੜਾ ਨੇੜੇ ਸੀ, ਨੇੜੇ ਇੰਨਾ ਸੀ ਉਹ ਕਿ ਸੰਗਰੂਰ ਦੀ ਸੀਟ ਜਿਹੜੀ ਲੌਂਗੋਵਾਲ ਨੂੰ ਦਿੱਤੀ ਸੀ ਅਕਾਲੀਆਂ ਨੇ, ਉਹਨੂੰ ਰਾਮੂਵਾਲੀਆ ਨੂੰ ਦਿੱਤੀ ਸੀ ਕਿ ਮੇਰੀ ਥਾਂ ਇਹ ਲੜੇਗਾ ਜੀ। ਧਰਮਯੁੱਧ ਮੋਰਚੇ ਵੇਲੇ ਵੀ ਮੰਜੀ ਸਾਹਿਬ ਇਹ ਲਗਾਤਾਰ ਉਹਦੇ ਬਿਆਨ ਵੀ ਇਹੀ ਲਿਖਦਾ ਸੀ, ਉਹੀ ਸਾਰਾ ਕੁਝ ਕਰਦਾ ਸੀ। ਸੋ ਇਨਸਾਈਡਰ ਹੈ। ਹੁਣ ਸਕੇ ਭਰਾ ਇਹ ਕਹਿ ਰਹੇ ਨੇ ਕਿ ਸਾਡਾ ਭਰਾ ਸਾਨੂੰ ਇਹ ਕਹਿੰਦਾ ਸੀ ਆ ਕੇ 84 ਤੋਂ ਬਾਅਦ ਕਿ ਭਾਈ ਇਹ ਅਕਾਲੀ ਵੀ ਬਰਾਬਰ ਦੇ ਦੋਸ਼ੀ ਨੇ, ਇੰਦਰਾ ਗਾਂਧੀ ਦੇ। ਇਹਨਾਂ ਨੇ ਜਿਹੜਾ ਉਹਨਾਂ ਨੂੰ ਕਿਹਾ ਸਰਕਾਰ ਨੂੰ ਕਿ ਵੀ ਪਿੰਡਾਂ ਵਾਲੇ ਹੁਣ ਹਥਿਆਰਬੰਦ ਹੋ ਕੇ ਅਕਾਲ ਤਖਤ ਤੇ ਵੀ ਆ ਗਏ ਸੀ, ਇਹਨਾਂ ਨੂੰ ਸੀ ਵੀ ਸਾਨੂੰ ਮਾਰ ਦੇਣਾ ਕਿਸੇ ਨੇ, ਵਰਕਰ ਸਾਰੇ ਨਾਲ ਲੱਗ ਜਾਣੇ ਨੇ, ਪਾਵਰ ਸਾਡੇ ਹੱਥੋਂ ਜਾ ਰਹੀ ਜੀ। ਫਿਰ ਜਿਹੜੀ ਗੱਲ ਅਮਰਿੰਦਰ ਨੇ ਬਾਦਲ ਨੂੰ ਕਹੀ ਹੈ ਵੀ ਤੂੰ ਤਾਂ ਯੂਪੀ ਫਾਰਮ 'ਚ ਲੁਕਿਆ ਸੀ, ਉਹ ਵੀ ਇਹਨਾਂ ਦੀ ਚਿੱਠੀ 'ਚ ਉਹਨਾਂ ਨੇ ਕਿਹਾ ਕਿ ਜੀ ਭਰਾ ਕਹਿੰਦਾ ਸੀ ਵੀ ਸਾਨੂੰ ਇੱਥੇ ਫਸਾਤਾ, ਵੀ ਤੇਜਾ ਸਿੰਘ ਸਮੁੰਦਰੀ ਹਾਲ 'ਚ ਰਹੋ ਤੁਸੀਂ, ਇਹ ਨਾ ਲੱਗਿਆ ਵੀ ਅਕਾਲੀ ਸਾਰੇ ਦੌੜ ਗਏ, ਆਪ ਜਾ ਕੇ ਯੂਪੀ ਦੇ ਫਾਰਮ 'ਚ ਲੁਕ ਗਿਆ ਜੀ। ਸੋ ਹੁਣ ਉਹੀ ਹਕੀਕਤ ਅਸੀਂ ਸਮਝਦੇ ਹਾਂ ਵੀ ਇਹ ਫਰਵਰੀ ਦੇ ਵਿੱਚ ਜਿਹੜਾ SAS ਦੀ ਕਾਰਗੁਜ਼ਾਰੀ ਹੈ ਬ੍ਰਿਟਿਸ਼ ਐਲੀਟ ਫੋਰਸ ਦੀ, ਉਹ ਡਾਕੂਮੈਂਟ ਬਾਹਰ ਆਉਣ ਤੋਂ ਬਾਅਦ ਹੁਣ ਇਹ ਸਾਰੇ ਹੀ, ਉਸ ਤੋਂ ਬਾਅਦ ਅਕਾਲੀਆਂ ਦਾ ਰੋਲ ਵੀ ਸਾਹਮਣੇ ਆ ਗਿਆ। ਔਰ ਹੁਣ ਇਹ ਇਨਸਾਈਡਰ ਸਕੇ 2 ਭਰਾ ਲਿਖਤੀ ਬਿਆਨ ਇਹ ਦੇ ਰਹੇ ਨੇ ਕਿ ਜਿਹੜਾ ਅੱਜ ਸੁਖਬੀਰ ਦੀ ਹੁਣ ਮੁੱਛ ਦਾ ਵਾਲ ਬਣਿਆ ਹੋਇਆ ਹੈ ਬਲਵੰਤ ਰਾਮੂਵਾਲੀਆ, ਵੀ ਆਹ ਕਹਿੰਦਾ ਰਿਹਾ ਕਿ ਵੀ ਇਹ ਜਿਹੜੇ ਸਭ ਅਸਲੀ ਨੇ ਚਿੱਠੀਆਂ ਜੋ ਲਿਖੀਆਂ, ਉਹਨਾਂ ਨੇ ਕਿਹਾ ਜੀ ਇਹਨਾਂ ਨੇ ਆਪ ਹੀ ਸੱਦੀ ਹੈ ਫੌਜ ਜੀ, ਔਰ ਇਹਨਾਂ ਨੇ ਇੰਦਰਾ ਗਾਂਧੀ ਨੂੰ ਇਹ ਕਿਹਾ ਵੀ ਨਹੀਂ ਤਾਂ ਸਾਨੂੰ ਨਹੀਂ ਛੱਡਣਾ ਹੈ ਤੇ ਤੁਸੀਂ ਇਹ ਹਮਲਾ ਕਰੋ ਜਲਦੀ। ਔਰ ਹੁਣ ਇਸ ਤੋਂ ਵੱਧ ਕੇ ਹੋਰ ਕੀ ਸਬੂਤ ਹੁੰਦੇ ਨੇ? ਹੁਣ ਤੁਸੀਂ ਕਹੀ ਜਾਓ ਜੀ ਇਕੱਲੀ ਕਾਂਗਰਸ ਜ਼ਿੰਮੇਵਾਰ ਹੈ, ਇੰਦਰਾ ਗਾਂਧੀ ਕੋਈ ਬਰੀ ਨਹੀਂ ਹੁੰਦੀ, ਕਾਂਗਰਸ ਪਾਰਟੀ ਕੋਈ ਬਰੀ ਨਹੀਂ ਹੁੰਦੀ। ਕਾਂਗਰਸ ਦੀ ਤਾਂ ਕਈ ਪੁਸ਼ਤਾਂ ਤੱਕ ਵੀ ਇਹ ਜਿਹੜੇ ਨੇ ਜਵਾਬਦੇ ਹੋਣਗੇ, ਇਹ ਕਦੇ ਵੀ ਕੌਮ ਇਹਨਾਂ ਨੂੰ ਮਾਫ ਨਹੀਂ ਕਰੇਗੀ। ਪਰ ਅਕਾਲੀਆਂ ਦਾ ਰੋਲ, ਬਾਦਲ ਕਿਆਂ ਦਾ, ਬਾਦਲ ਟੋੜਾ ਤਲਵੰਡੀ ਬਰਨਾਲਾ, ਇਹ ਰੋਲ ਵੀ ਬਾਹਰ ਆ ਗਿਆ ਵੀ ਇਹ ਵੀ ਘੱਟ ਦੋਸ਼ੀ ਨਹੀਂ ਨੇ। ਇਹਨਾਂ ਨੂੰ ਰਾਦਰੇ ਤਾਂ ਆਪਣੇ ਭਰਾਵਾਂ ਨੂੰ ਮਰਵਾਉਣ ਦੇ ਲਈ ਦੁਸ਼ਮਣ ਦੀ ਕੁਹਾੜੀ ਦਾ ਦਸਤਾ ਬਣੇ ਹੋਏ ਸੀ। ਹਾਂਜੀ ਡਾਕਟਰ ਸਾਹਿਬ, ਹੁਣ ਸਾਡੇ ਸ਼ੋਅ ਦਾ ਸਮਾਂ ਸਮਾਪਤੀ ਵੱਲ ਜਾ ਰਿਹਾ ਤੇ ਹੁਣ ਸਾਨੂੰ ਅੱਜ ਦਾ ਵਿਚਾਰ ਦੱਸੋ।
ਅੱਜ ਦੇ ਵਿਚਾਰ ਲਈ ਅਸੀਂ ਅੰਮ੍ਰਿਤ ਕੀਰਤਨ ਪੋਥੀ, ਕਿਉਂਕਿ ਕੋਈ ਬਾਣੀ ਦਾ ਨਾਂ ਤਾਂ ਨਹੀਂ ਹੈ ਗੁਰੂ ਗ੍ਰੰਥ ਸਾਹਿਬ, ਪਰ ਉਹਦੇ ਵਿੱਚ ਕੁਝ 94 ਸ਼ਬਦ ਨੇ ਜਿਹੜੇ ਪੜ੍ਹੇ ਜਾਂਦੇ ਨੇ ਅਕਸਰ ਕੀਰਤਨ ਦੇ ਲਈ, ਕੀਰਤਨ ਦੇ ਵਿੱਚ। ਸੋ ਉਹਨੂੰ ਸਾਨੂੰ ਕੁਝ ਦਰਸ਼ਕਾਂ ਨੇ ਕਿਹਾ ਸੀ ਕਿ ਉਹਦੇ 'ਚੋਂ ਵੀ ਤੁਸੀਂ ਕੁਛ ਨਾ ਕੁਛ ਦਿਆ ਕਰੋ। ਸੋ ਇਹ ਪੌੜੀ ਹੈ, ਸ਼ਲੋਕ ਅਸੀਂ ਪਿਛਲੇ ਵਿਚਾਰ ਵੇਲੇ ਲਿਆ ਸੀ ਜੀ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਛੋੜ ਸਿਆਣਪ ਸਗਲ ਮਨ ਤਨ ਅਰਪ ਧਰ, ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ, ਸਾਧ ਜਨਾ ਕੈ ਸੰਗ ਭਵਜਲ ਬਿਖਮ ਤਰ, ਸੇਵੋ ਸਤਿਗੁਰ ਦੇਵ ਅੱਗੇ ਨਾ ਮਰੋ ਡਰ, ਖਿਨਮੈ ਕਰੇ ਨਿਹਾਲ ਊਣੇ ਸੁਭਰ ਭਰ, ਮਨ ਕੋ ਹੋਏ ਸੰਤੋਖ ਧਿਆਈਐ ਸਦਾ ਹਰ, ਜੋ ਲਾਗਾ ਸਤਿਗੁਰ ਸੇਵ ਜਾਂ ਕੋ ਕਰਮ ਧੁਰ। ਹੁਣ ਇਹਦੇ 'ਚ ਪਹਿਲੀ ਤਾਂ ਇਹੀ ਮਨ ਦੇ ਸਾਹਮਣੇ ਕਿ ਜੇ ਮਨ ਦੇ ਵਿੱਚ ਉਦਾਸੀ ਹੈ, ਹਾਂਜੀ, ਜੀ ਕੀ ਬਿਰਥਾ ਹੋਏ, ਮਨ ਉਦਾਸ ਹੈ, ਸੋ ਗੁਰ ਪੈ ਅਰਦਾਸ ਕਰ। ਫਿਰ ਗੁਰੂ ਦੇ ਅੱਗੇ ਆਪਾ ਸਮਰਪਣ ਕਰਕੇ ਗੁਰੂ ਦੇ ਅੱਗੇ ਆਜ਼ੀ ਅਰਜ਼ ਬੇਨਤੀ ਕਰੋ। ਉਹ ਤੁਹਾਡੀ ਉਸ ਉਦਾਸੀ ਨੂੰ ਗੁਰੂ ਆਪਣੇ ਪਿਆਰ ਨਾਲ, ਆਪਣੇ ਨਾਮ ਨਾਲ ਜਿਹੜਾ ਹੈ ਉਹ ਦੂਰ ਕਰਦੇ ਨੇ। ਪਰ ਇਹ ਤਾਂ ਹੀ ਹੋਏਗਾ ਛੋੜ ਸਿਆਣਪ ਸਗਲ। ਬਹੁਤ ਵਾਰ ਅਸੀਂ ਆਪਣੀ ਸਿਆਣਪਾਂ 'ਤੇ ਟੇਕ ਰੱਖਦੇ ਹਾਂ ਵੀ ਸਿਆਣਪ ਛੱਡ ਕੇ ਮਨ ਤਨ ਅਰਪ ਧਰ, ਮਨ ਔਰ ਤਨ ਇਹ ਗੁਰੂ ਦੇ ਅੱਗੇ ਅਰਪਣ ਕਰਨਾ। ਤਨ ਮਨ ਤਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ। ਜੇ ਅਸੀਂ ਗੁਰੂ ਦੀ ਉਸ ਵਿਚਾਰ ਦੇ ਉੱਤੇ ਅਮੰਨਾ ਕਰਦੇ ਹਾਂ, ਹੁਣ ਗੁਰੂ ਦੇ ਪੈਰ ਕੋਈ ਫਿਜ਼ੀਕਲ ਪੈਰ ਨਹੀਂ ਨੇ। ਜਦੋਂ ਗੁਰਮੂਰਤ ਗੁਰ ਸ਼ਬਦ ਹੈ, ਹੁਣ ਜਦੋਂ ਗੁਰੂ ਸ਼ਬਦ ਦੀ ਗੱਲ ਹੈ ਕਿ ਜਦੋਂ ਸਾਡੀ ਸੁਰਤੀ ਗੁਰੂ ਦੇ ਸ਼ਬਦ ਦੇ ਵਿੱਚ ਆ ਜੁੜੇਗੀ ਤਾਂ ਫਿਰ ਕੀ ਹੋਏਗਾ? ਦੁਰਮਤ ਜਾਏ ਜਰ। ਜਰ ਕਹਿੰਦੇ ਨੇ ਸੜਨ ਨੂੰ, ਜਲਣ ਨੂੰ। ਜਿਹੜੀ ਦੁਰਮਤ ਹੈ, ਮਾੜੀ ਬੁੱਧੀ ਹੈ, ਉਹ ਸੜ ਜਾਏ। ਗੁਰੂ ਦੀ ਬੁੱਧੀ ਅਸੀਂ ਅਪਣਾਵਾਂਗੇ, ਗੁਰੂ ਦੀ ਮੱਤ ਅਪਣਾਵਾਂਗੇ ਤੇ ਦੁਰਮਤ ਜਿਹੜੀ ਹੈ ਉਹ ਸੜੇਗੀ। ਸਾਧ ਜਨਾ ਕੇ ਸੰਗ ਭਵਜਲ ਬਿਖਮਤਰ। ਫਿਰ ਗੁਰੂ ਦੀ ਮੱਤ ਦੇ ਉੱਤੇ ਅਮਨ ਤੇ ਭਲੇ ਲੋਕਾਂ ਦੀ ਸੰਗਤ, ਸਾਧ ਜਨਾਂ ਦੀ, ਰੱਬ ਦੇ ਰਸਤੇ ਤੇ ਤੁਰੇ ਹੋਏ ਜਨਾਂ ਦੀ ਸੰਗਤ, ਉਹ ਸਾਨੂੰ ਇਸ ਦੁਨੀਆ ਤੋਂ ਪਾਰ ਉਤਾਰਾ ਕਰਾਏਗੀ। ਸੇਵੋ ਸਤਿਗੁਰ ਦੇਵ ਅੱਗੇ ਨਾ ਮਰੋ ਡਰ। ਜੇ ਅਸੀਂ ਗੁਰੂ ਦੀ ਸੇਵਾ ਦੇ ਵਿੱਚ, ਅਕਾਲ ਪੁਰਖ ਦੀ ਸੇਵਾ ਦੇ ਵਿੱਚ ਆਪਣਾ ਆਪ ਸਮਰਪਿਤ ਕਰਦੇ ਹਾਂ ਤੇ ਫਿਰ ਮੌਤ ਦਾ ਡਰ ਸਾਨੂੰ ਸਤਾਉਂਦਾ ਨਹੀਂ ਹੈ। ਖਿਨਮੈ ਕਰੇ ਨਿਹਾਲ ਊਣੇ ਸੁਭਰ ਪਰ। ਉਹ ਖਿਨ ਪਲ ਦੇ ਵਿੱਚ ਸਾਨੂੰ ਆਨੰਦਿਤ ਕਰ ਦਿੰਦਾ ਹੈ, ਨਿਹਾਲ ਕਰ ਦਿੰਦਾ ਹੈ। ਜਿਹੜੇ ਊਣੇ ਭਾਂਡੇ ਨੇ, ਸਖਣੇ ਨੇ, ਉਹਨਾਂ ਨੂੰ ਸੁਭਰ ਪਰ, ਉਹਨਾਂ ਨੂੰ ਨੱਕੋ ਨੱਕ, ਲਬੋ ਲੱਭ ਉਹਨਾਂ ਨੂੰ ਭਰ ਦਿੰਦਾ। ਤੇ ਅਖੀਰ ਸਤਿਗੁਰੂ ਫਰਮਾਉਂਦੇ ਨੇ, ਮਨ ਕੋ ਹੋਏ ਸੰਤੋਖ ਧਿਆਈਐ ਸਦਾ ਹਰ। ਜੇ ਹਮੇਸ਼ਾ ਰੱਬ ਦੇ ਵਿੱਚ ਸਾਡਾ ਧਿਆਨ ਰਹੇ ਤਾਂ ਮਨ ਦੇ ਵਿੱਚ ਸੰਤੋਖ ਆਏਗਾ, ਮਨ ਦੇ ਵਿੱਚ ਟਿਕਾ ਆਏਗਾ, ਮਨ ਦੇ ਵਿੱਚ ਕੰਟੈਂਸ਼ਨ ਆਏਗੀ। ਜੋ ਲਾਗਾ ਸਤਿਗੁਰ ਸੇਵ ਜਾਂ ਕੋ ਕਰਮ ਧੁਰ। ਪਰ ਨਾਲ ਹੀ ਇਹ ਕਿਹਾ ਕਿ ਭਾਈ ਜਿਸ ਦੇ ਉੱਤੇ ਧੁਰੋਂ ਦਰਗਾਹੋਂ ਕਿਰਪਾ ਹੁੰਦੀ ਹੈ, ਜਿਸ ਦੇ ਉੱਤੇ ਰੱਬ ਦੀ ਬਖਸ਼ਿਸ਼ ਦਾ ਹੱਥ ਹੁੰਦਾ ਹੈ, ਉਹੀ ਇਸ ਪਾਸੇ ਤੁਰ ਸਕਦਾ। ਨਹੀਂ ਤਾਂ ਬਹੁਤੇ ਜਿਹੜੇ ਨੇ ਉਹ ਟੱਕਰਾਂ ਹੀ ਮਾਰਨਗੇ, ਟੱਕਰਾਂ ਹੀ ਖਾਣਗੇ ਔਰ ਇਸ ਤਰ੍ਹਾਂ ਹੀ ਜ਼ਿੰਦਗੀ ਜਿਹੜੀ ਹੈ ਬਸਰ ਕਰ ਦੇਣਗੇ। ਪਰ ਜਿਨ੍ਹਾਂ ਦੇ ਉੱਤੇ ਧੁਰ ਤੋਂ ਕਿਰਪਾ ਹੈ, ਉਹ ਉਸ ਰੱਬ ਦੀ ਯਾਦ ਦੇ ਵਿੱਚ ਆਪਣਾ ਆਪ ਸਮਰਪਿਤ ਕਰਨਗੇ। ਹਾਂਜੀ, ਥੈਂਕ ਯੂ ਡਾਕਟਰ ਸਾਹਿਬ। ਵੀਰ, ਸਾਡੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਆਪਣੇ ਸੁਝਾਅ ਤੇ ਸਲਾਹ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv। ਅਸੀਂ ਸੱਚੋ ਸੱਚ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।